ਪਹਿਲੋਂ ਪਛਤੋ ਹੀ ਸੁਣਾਓ। ਪੰਜਾਬੀ ਸਿੰਧੀ ਵੀ ਜਾਓ ਜੀ। ਸਿੰਧੀ ਹੋ ਗਿਆ ਤੇ ਇਸ ਤੋਂ ਬਾਅਦ ਬਲੋਚੀ ਰਹਿ ਗਿਆ ਜਿਹੜਾ ਸਾਡਾ ਸੂਬਾ ਸਾਡੀ ਜਾਨ ਹੈ, ਸਾਡਾ ਮੰਦਨੀਆਤ ਤੋਂ ਭਰਿਆ ਹੈ, ਉਹਦੀ ਜ਼ਰਾ ਤੁਹਾਨੂੰ ਸੁਣਾ ਦਿਓ। ਕੋਈ ਵੀ ਕੰਮ ਹੈ ਨਾ ਉਹ ਜੱਗ ਭਰਿਆ ਮੋਤੀਆਂ ਦਾ। ਮਨ ਉਹਦਾ ਬੂਰ ਕੋਈ ਵੀ ਮੈਂ ਤਾਂ ਨਹੀਂ ਸੋਚਦਾ, ਕਿਉਂਕਿ ਵੱਡੇ ਵੱਡੇ ਜਿਹੜੇ ਸਾਡੇ ਤੋਂ ਸਾਧ ਨੇ, ਸ਼ੌਕਤ ਸਾਹਿਬ ਤਬਲਾ ਨਵਾਜ਼ ਸਨ, ਉਹ ਵੀ ਜਦੋਂ ਮਨ ਵਡੇਰੀ ਉਮਰ 'ਚ ਵੀ ਆ ਕਹਿੰਦੇ ਹਨ ਵੀ ਸਾਨੂੰ ਹੁਣ ਥੋੜ੍ਹਾ ਬਹੁਤਾ ਪਤਾ ਲੱਗਾ। ਕੋਰੀਆ ਗਿਆ ਵਾਂ, ਥਾਈਲੈਂਡ ਗਿਆ ਵਾਂ, ਮਸਕਤ ਗਿਆ ਵਾਂ, ਸ੍ਰੀਲੰਕਾ ਗਿਆ ਵਾਂ, ਨੇਪਾਲ ਗਿਆ ਵਾਂ, ਪੋਲੈਂਡ ਗਿਆ ਵਾਂ, ਸਾਊਥ ਅਫਰੀਕਾ ਗਿਆ ਵਾਂ, ਤੁਰਕਮਾਨਿਸਤਾਨ ਗਿਆ ਵਾਂ ਤੇ ਕੁਵੈਤ ਗਿਆ ਸਾਂ ਪਿਛਲੇ ਸਾਲ। अस्सलाम वालेकुम नाज़रीन, मैं ਤੁਹਾਡਾ ਆਪਣਾ ਮੇਜ਼ਬਾਨ ਇਬਰਾਹਿਮ ਬਾਬਰ ਭੱਟ ਉਰਦੂ ਡਿਟੇਲ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਜਿਸ ਤਰ੍ਹਾਂ ਕਿ ਹਰ ਬੰਦਾ ਆਪਣੀ ਸਕਾਫਤ ਨੂੰ ਜ਼ਿੰਦਾ ਰੱਖਦਾ ਹੈ, ਪੰਜਾਬੀ ਦੀ ਸਕਾਫਤ ਨੂੰ ਜ਼ਿੰਦਾ ਰੱਖਦਾ ਹੈ, ਸਿੰਧੀ ਆਪਣੀ ਸਕਾਫਤ ਨੂੰ ਜ਼ਿੰਦਾ ਰੱਖਦਾ ਹੈ, ਬਲੋਚੀ ਆਪਣੀ ਸਕਾਫਤ ਨੂੰ ਜ਼ਿੰਦਾ ਰੱਖਦਾ ਹੈ, ਔਰ ਜਿਹੜੇ ਪਖਤੂਨ ਨੇ ਉਹ ਆਪਣੀ ਸਕਾਫਤ ਨੂੰ ਜ਼ਿੰਦਾ ਰੱਖਦੇ ਨੇ। ਤੇ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ, ਪੰਜਾਬੀ ਆਪਣੀ ਸਕਾਫਤ ਭੁੱਲਦੇ ਜਾ ਰਹੇ ਨੇ। ਤੇ ਸਾਡੇ ਨਾਲ ਦੋ ਬੈਨ ਅਲ-ਅਕਵਾਮੀ ਇੰਟਰਨੈਸ਼ਨਲ ਕਹਿ ਸਕਦਾ ਵਾਂ ਜਿਹੜੇ ਨਾਲ ਢੋਲ ਵਾਲੇ ਮੇਰੇ ਨਾਲ ਮੌਜੂਦ ਨੇ, ਸ਼ੇਖ ਮੁਹੰਮਦ ਜ਼ਮਾਨ, ਜਿਨ੍ਹਾਂ 20 ਤੋਂ 25 ਮੁਲਕਾਂ ਦੇ ਵਿੱਚ ਜਾ ਕੇ ਢੋਲ ਵਜਾਇਆ ਤੇ ਆਪਣੀ ਪੰਜਾਬੀ ਸਕਾਫਤ ਨੂੰ ਜ਼ਿੰਦਾ ਕੀਤਾ। ਤੋ ਕਿਹੜੀ ਕਿਹੜੀ ਜਗ੍ਹਾ ਤੇ ਗਏ ਤੇ ਕਿਤੇ ਉਹਨਾਂ ਨੂੰ ਜ਼ਿਆਦਾ ਪਿਆਰ ਮਿਲਿਆ ਤੇ ਕਿਤੇ ਉਹਨਾਂ ਨੂੰ ਮੁਸ਼ਕਲ ਪੇਸ਼ ਆਈ। ਆਓ ਉਹਨਾਂ ਨਾਲ ਗੱਲ ਕਰਨੇ ਆ ਤੇ ਪੁੱਛਨੇ ਆ ਇਹਨਾਂ ਨੂੰ ਸ਼ੌਕ ਕਿਦੋਂ ਦਾ ਪੈਦਾ ਹੋਇਆ। अस्सलाम वालेकुम जी। जी वालेकुम सलाम जी सर। ਕੀ ਹਾਲ ਹੈ ਭਾਜੀ, ਠੀਕ ਹੋ? जी अलहमदुलिल्लाह ठीक ਸ਼ੇਖ ठाक। ਸਾਹਿਬ ਕਿਦੋਂ ਦਾ ਤੁਹਾਨੂੰ ਸ਼ੌਕ ਪਿਆ ਤੇ ਕਿੰਨੀ ਦੇਰ ਹੋ ਗਈ ਕਰਦੇ ਆ? ਸਰ ਮੈਨੂੰ 13-14 ਸਾਲ ਦੀ ਉਮਰ ਸੀ ਜਦੋਂ ਮੈਨੂੰ ਸ਼ੌਕ ਪੈਦਾ ਹੋਇਆ। ਤੇ ਸਾਡਾ ਮਾਦਰੀ ਕੰਮ ਹੈ ਇਹ, ਅੱਬੂ ਜੀ ਵੀ ਇਹ ਕਰਦੇ ਸਨ, ਦਾਦਾ ਜੀ ਵੀ, ਤੇ ਮੈਂ ਫਿਰ ਵੀ ਆਪਣੇ ਉਸਤਾਦਾਂ ਕੋਲ 4 ਤੋਂ 5 ਸਾਲ ਰਿਹਾ ਵਾਂ। ਤੇ ਉਸ ਤੋਂ ਬਾਅਦ ਆਪਣਾ ਮਨ ਇੱਥੇ ਹਾਫਜ਼ਾਬਾਦ ਆਪਣਾ ਸ਼ੁਰੂ ਕਰ ਲਿਆ ਢੋਲ ਦਾ। ਅੱਛਾ, ਕੋਈ ਨਾ ਕੋਈ ਬੰਦਾ ਨਾ ਜ਼ਰੂਰੀ ਨਹੀਂ ਕਿ ਪਿਓ ਕਰਦਾ ਹੋਵੇ, ਦਾਦਾ ਕਰਦਾ ਹੋਵੇ, ਤੇ ਉਹ ਬੰਦਾ ਪੋਤਰਾ ਵੀ ਉਹ ਜਾਂ ਪੁੱਤਰ ਵੀ ਉਹ ਕੰਮ ਕਰੇ। ਕਿਸੇ ਤੋਂ ਮੁਤਾਸਰ ਹੋ ਕੇ ਕੀਤਾ? ਜੀ ਸਰ, ਬੜਾ ਭਾਈ ਕਰਦਾ ਸੀ ਤੇ ਉਹਨਾਂ ਤੋਂ ਮੁਤਾਸਰ ਹੋ ਕੇ ਫਿਰ ਮੈਨੂੰ ਵੀ ਇਹ ਸ਼ੌਕ ਪੈਦਾ ਹੋ ਗਿਆ ਕਿ ਅੱਛਾ, ਉਹਨਾਂ ਨਾਲ ਜਦੋਂ ਜਾਂਦੇ ਰਹੇ ਤੇ ਫਿਰ ਤੁਹਾਨੂੰ ਪਤਾ ਲੱਗਾ ਕਿ ਯਾਰ ਮੈਂ ਵੀ ਕਰਾਂ। ਜੀ ਕਿਉਂ ਨਹੀਂ, ਹਾਂ ਜੀ ਇਸ ਤਰ੍ਹਾਂ ਹੀ। ਉਹਨਾਂ ਦੀ ਮੁਹੱਬਤ ਵੇਖ ਕੇ? ਜੀ ਹਾਂ ਜੀ ਇਸ ਤਰ੍ਹਾਂ ਹੀ ਸਰ। ਤੇ ਲੋਕ ਜਦੋਂ ਤੁਸੀਂ ਜਾਂਦੇ ਆ ਜਿਹੜਾ ਢੋਲ ਬਣਾਇਆ ਤੁਸੀਂ, ਇਹ ਢੋਲ ਵਾਸਤੇ ਕੋਈ ਲੱਕੜ ਖਸੂਸ ਉਹ ਜਿਹੜੀ ਇੱਕ ਮਖਸੂਸ ਹੈ ਜਾਂ ਕੋਈ ਵੀ ਲੱਕੜ ਦਾ ਢੋਲ ਬਣ ਜਾਂਦਾ? ਨਹੀਂ ਸਰ, ਸਪੈਸ਼ਲ ਲੱਕੜ ਹੈ, ਸ਼ੀਸ਼ਮ ਦੀ ਲੱਕੜ, ਟਾਲੀ ਦੀ ਲੱਕੜ ਹੁੰਦੀ ਹੈ, ਉਸ ਤਰ੍ਹਾਂ ਬਣਾ ਲੈਂਦੇ ਨੇ। ਹੋਰਾਂ ਲੱਕੜਾਂ ਦੇ ਵਰਕ ਉਹਨਾਂ ਦਾ ਬੇਸ ਨਹੀਂ ਉਸ ਉਂਝ ਦਾ ਰਹਿੰਦਾ ਹੈ। ਅੱਜ ਤੁਸੀਂ ਆਂਦੇ ਜਿਵੇਂ ਉਹ ਸਾਊਂਡ ਉਹ ਨਹੀਂ ਨਿਕਲਦਾ, ਸਾਊਂਡ ਉਸ ਤਰ੍ਹਾਂ ਦਾ ਫਿਰ ਨਹੀਂ ਰਹਿੰਦਾ। ਹੋਰਾਂ ਲੱਕੜਾਂ ਦਾ ਜੇ ਬਣਾਉਣਗੇ ਤੇ ਉਸ ਤਰ੍ਹਾਂ ਦਾ ਸਾਊਂਡ ਨਹੀਂ ਹੋਏਗਾ। ਤੇ ਕਿੰਨੇ ਕਿਹੜੇ ਮੁਲਕ ਵਿੱਚ ਟੁਰ ਗਏ? ਜੀ ਅਲਹਮਦੁਲਿਲਾ ਮੈਂ ਸਰ, ਮੇਰੇ ਪਾਸਪੋਰਟ ਤੇ 23 ਤੋਂ 24 ਵੀਜ਼ੇ ਲੱਗੇ ਹੋਏ ਨੇ। ਕੋਰੀਆ ਗਿਆ ਵਾਂ, ਥਾਈਲੈਂਡ ਗਿਆ ਵਾਂ, ਮਸਕਤ ਗਿਆ ਵਾਂ, ਸ੍ਰੀਲੰਕਾ ਗਿਆ ਵਾਂ, ਨੇਪਾਲ ਗਿਆ ਵਾਂ, ਪੋਲੈਂਡ ਗਿਆ ਵਾਂ, ਸਾਊਥ ਅਫਰੀਕਾ ਗਿਆ ਵਾਂ, ਤੁਰਕਮਾਨਿਸਤਾਨ ਗਿਆ ਵਾਂ ਤੇ ਕੁਵੈਤ ਗਿਆ ਸਾਂ ਪਿਛਲੇ ਸਾਲ। ਇੰਡੀਆ ਦੇ 14 ਕੋ ਵੀਜ਼ੇ ਮੇਰੇ ਪਾਸਪੋਰਟ ਤੇ ਲੱਗੇ ਹੋਏ ਨੇ ਸਰ। ਜਦੋਂ ਸਭ ਤੋਂ ਪਹਿਲਾ ਵੀਜ਼ਾ ਲੱਗਾ ਸਾਡਾ ਜੀ ਸਰ, ਤੇ ਕੀ ਮਹਿਸੂਸ ਹੋਇਆ ਤੇ ਕੀ ਤੁਹਾਡੇ ਉਹ ਦਿਲ ਵਿੱਚ ਖੁਸ਼ੀ ਸੀ, ਉਹ ਕੀ ਲਮਹਾ ਸਨ ਜਿਹੜੇ ਤੁਸੀਂ ਸਾਨੂੰ ਆਪਣੇ ਜ਼ਬਾਨੀ ਦੱਸੋ? ਸਰ ਮੈਂ ਨਾ ਪਹਿਲੋਂ ਵੀ ਕੋਸ਼ਿਸ਼ ਕਰ ਰਿਹਾ ਸਾਂ। ਮੇਰੇ 2 ਵੀਜ਼ੇ ਮਿਸ ਹੋਏ ਪਹਿਲੇ, ਇੱਕ ਨਾਈਜੀਰੀਆ ਦਾ ਤੇ ਇੱਕ ਅਮਰੀਕਾ ਦਾ। ਤੇ ਪਹਿਲਾ ਵੀਜ਼ਾ ਮੇਰਾ ਇੰਡੀਆ ਦਾ ਲੱਗਾ 6 ਦਸੰਬਰ ਨੂੰ, ਮੈਨੂੰ ਬਹੁਤ ਜ਼ਿਆਦਾ ਯਾਦ ਹੈ। 6 ਦਸੰਬਰ ਨੂੰ ਮੈਂ ਪਹਿਲੀ ਦਫਾ ਇੰਡੀਆ ਗਿਆ, ਚੰਡੀਗੜ੍ਹ ਸ਼ਹਿਰ। ਤੇ ਉਹ ਚੜ੍ਹਦਾ ਪੰਜਾਬ ਹੈ ਤੇ ਇਹ ਲਹਿੰਦਾ ਪੰਜਾਬ ਹੈ। ਤੇ ਚੜ੍ਹਦੇ ਪੰਜਾਬ ਵਿੱਚ ਬਹੁਤ ਜ਼ਿਆਦਾ ਸਰ ਜੀ ਉਹਨਾਂ ਪਿਆਰ ਕੀਤਾ, ਬਹੁਤ ਜ਼ਿਆਦਾ ਇੱਜ਼ਤ ਦਿੱਤੀ ਹੈ ਤੇ ਬੱਚਿਆਂ ਦਾ ਰਿਜ਼ਕ ਵੀ ਉਹਨਾਂ ਦਿੱਤਾ। ਅੱਛਾ, ਤੁਸੀਂ ਸਮਝਦੇ ਹੋ ਕਿ ਤੁਹਾਨੂੰ ਪਾਕਿਸਤਾਨ ਲਹਿੰਦਾ ਪੰਜਾਬ ਹੈ ਤੇ ਇੰਡੀਆ ਚੜ੍ਹਦਾ ਪੰਜਾਬ ਹੈ, ਇਹਦੇ 'ਚ ਜ਼ਿਆਦਾ ਮੁਹੱਬਤ ਤੁਹਾਨੂੰ ਚੜ੍ਹਦੇ ਪੰਜਾਬ ਵੱਲ ਮਿਲੀ? ਨਹੀਂ, ਆਪਣਾ ਮੁਲਕ ਤੇ ਆਪਣਾ ਹੀ ਹੁੰਦਾ। ਬਰਕ ਚੜ੍ਹਦੇ ਪੰਜਾਬ ਵਾਲਿਆਂ ਨੂੰ ਉਹ ਵੀ ਇੰਝ ਹੀ ਲੱਗਦਾ ਕਿ ਜਿਵੇਂ ਆਪਣਾ ਹੈ। ਆਪਣੇ ਅਸੀਂ ਮਤਲਬ ਆਪਣੇ ਸ਼ਹਿਰ ਆ ਗਏ, ਆਪਣੇ ਪਿੰਡ ਆ ਗਏ, ਆਪਣਾ ਮਨ ਘਰ ਆ ਗਏ। ਅੱਛਾ, ਤੇ ਕਿਹੜਾ ਤੁਸੀਂ ਸਮਝਦੇ ਹੋ ਕਿ ਮੈਨੂੰ ਢੋਲ ਤੇ ਅਬੂਰ ਹਾਸਲ ਹੋ ਗਿਆ ਕਿ ਮੈਂ ਹੁਣ ਸਾਰਾ ਵਜਾ ਲੈਣਾ, ਕਿ ਹਜੇ ਵੀ ਕੋਈ ਕਮੀ ਕੁਤਾਈ ਹੈ? ਨਹੀਂ ਸਰ, ਇਹ ਕੋਈ ਵੀ ਕੰਮ ਹੈ ਨਾ ਉਹ ਜੱਗ ਭਰਿਆ ਮੋਤੀਆਂ ਦਾ। ਮਨ ਉਹਦਾ ਅਬੂਰ ਕੋਈ ਵੀ ਮੈਂ ਤਾਂ ਨਹੀਂ ਸੋਚਦਾ, ਕਿਉਂਕਿ ਵੱਡੇ ਵੱਡੇ ਜਿਹੜੇ ਸਾਡੇ ਤੋਂ ਸਾਧ ਨੇ, ਸ਼ੌਕਤ ਸਾਹਿਬ ਤਬਲਾ ਨਵਾਜ਼ ਸਨ, ਉਹ ਵੀ ਜਦੋਂ ਮਨ ਵਡੇਰੀ ਉਮਰ 'ਚ ਵੀ ਆ ਕਹਿੰਦੇ ਹਨ ਵੀ ਸਾਨੂੰ ਹੁਣ ਥੋੜ੍ਹਾ ਬਹੁਤਾ ਪਤਾ ਲੱਗਾ। ਉਸਤਾਦ ਤਾਰੀ ਸਾਹਿਬ ਨੇ ਉਹਨਾਂ ਵੀ ਆਖਿਆ ਕਿ ਸਾਨੂੰ ਹੁਣ ਪਤਾ ਲੱਗਾ। ਤੇ ਇਹ ਸਰ ਮੁਸ਼ਕਲ ਸਮੁੰਦਰ ਇਹਦਾ ਕਿਨਾਰਾ ਨਹੀਂ ਹੈ। ਤੂੰ ਅਲਹਮਦੁਲਿਲਾ ਜਿਹੜੀ ਕੋਈ ਧੁਨ ਕਹਿੰਦਾ ਉਹ ਮਾਲਕ ਦੇ ਸਦਕੇ ਮੈਂ ਬਜਾ ਲੈਂਦਾ ਤੇ ਉਹਨਾਂ ਦੇ ਸਦਕੇ ਨਾਲ ਇਹ ਸਾਰਾ ਨਿਜ਼ਾਮ ਵੀ ਹੈ।
ਅੱਛਾ ਪਸ਼ਤੋ ਵੀ ਵਜਾਉਂਦੇ ਹੋ? ਜੀ ਪਸ਼ਤੋ ਵੀ ਵਜਾ ਲੈਂਦੇ ਸਰ। ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ ਯਾਨੀ ਕਿ ਆਪਣੇ ਪੰਜਾਬ ਦੇ ਔਰ ਪਾਕਿਸਤਾਨ ਦੇ ਜਿਹੜੇ ਵੀ ਸੂਬੇ ਰੰਗ ਦੇ, ਨੇ ਹਾਂਜੀ, ਸੂਬੇ ਨੇ ਉਹ ਸਾਰਿਆਂ ਦੀ ਵਜਾ ਲੈਂਦੇ ਜੀ, ਹੋ। ਸਾਨੂੰ ਨਾ ਤੁਸੀਂ ਪਹਿਲੋਂ ਪਸ਼ਤੋ ਹੀ ਸੁਣਾਓ। ਜੀ ਪਸ਼ਤੋ ਸਰ ਸੁਣਾ ਦਿੰਦੇ ਹਾਂ। ਇਹ ਜੀ ਪਸ਼ਤੋ ਸੀ ਤੇ ਹੁਣ ਅਸੀਂ ਇਹਨਾਂ ਕੋਲ ਸੁਣਾਂਗੇ ਪੰਜਾਬੀ ਔਰ ਪੰਜਾਬੀ। ਪਸ਼ਤੋ ਤੋਂ ਬਾਅਦ ਪੰਜਾਬੀ, ਪੰਜਾਬੀ ਤੋਂ ਬਾਅਦ ਹੁਣ ਆ ਗਈ ਸਿੰਧੀ। ਸਿੰਧੀ ਵਜਾਓ ਜੀ। ਸਿੰਧੀ ਹੋ ਗਿਆ ਤੇ ਇਸ ਤੋਂ ਬਾਅਦ ਬਲੋਚੀ ਰਹਿ ਗਿਆ ਹੈ, ਜਿਹੜਾ ਸਾਡਾ ਸੂਬਾ ਸਾਡੀ ਜਾਨ ਹੈ, ਸਾਡਾ ਮੰਦਨੀਆਤ ਤੋਂ ਭਰਿਆ ਹੈ। ਉਹਦੀ ਜਰਾ ਤੁਹਾਨੂੰ ਸੁਣਾ ਦਿਓ। ਜੀ ਜਨਾਬ, ਤੁਸੀਂ ਪੰਜਾਬੀ ਵੀ ਸੁਣੀ, ਸਿੰਧੀ ਵੀ ਸੁਣਿਆ, ਬਲੋਚੀ ਵੀ ਸੁਣਿਆ ਤੇ ਪਸ਼ਤੋ ਵੀ ਸੁਣਿਆ, ਤੇ ਭਾਈਆਰਾਂ ਨਾਲ ਗੱਲ ਕਰਨੇ ਆ ਕਿ ਇਹਨਾਂ ਨੂੰ ਕਿਸੇ ਮੁਲਕ 'ਚ ਜਾ ਕੇ ਉੱਥੋਂ ਦੀ ਧੁਨ ਵਜਾਉਣ ਵਾਸਤੇ ਕਿਹੜੀ ਕੁ ਮੁਸ਼ਕਲ ਆਈ ਤੇ ਕਿਹੜਾ ਮੁਲਕ ਸੀ? ਜੀ ਮੁਸ਼ਕਲ ਤਾਂ ਕੋਈ ਨਹੀਂ ਕਿਧਰੇ ਵੀ ਆਈ ਸਰ ਜੀ। ਸਿਰਫ ਇਹ ਵੇ ਕਿ ਜਦੋਂ ਮਸਕਤ ਗਿਆ ਵਾਂ, ਮਸਕਤ ਮਨ ਕਿ ਕੱਲਾ ਇੱਕ ਢੋਲ ਮੈਂ ਲੈ ਕੇ ਗਿਆ ਹੋਇਆ ਸੀ ਤੇ ਸਿੰਗਰ ਮਨ ਨਾਲ 3-4 ਸਨ। ਉੱਥੇ ਇਹ ਵੇ ਕਿ ਉਹ 7 ਵਜੇ ਖੜਿਆ ਹੋਣਾ ਤੇ ਸ਼ਾਮੀ 1-2 ਵਜੇ ਛੱਡਣਾ। ਮਨ ਉਹ ਜ਼ਰਾ ਥੋੜਾ ਜਿਹਾ ਬਹੁਤ ਮਨ ਜ਼ਹਿਨੀ ਪ੍ਰੈਸ਼ਰ ਹੋਰ ਬਜਾਨ ਦੀ ਕੋਈ ਮਨ ਕੋਈ ਮੁਸ਼ਕਲ ਨਹੀਂ ਸਰ ਜੀ। ਜੀ ਨਾਜ਼ਰੀਨ, ਇਹਨਾਂ ਦੀ ਗੱਲ ਸੁਣੀ ਕਿ ਜਦੋਂ ਸਵੇਰ ਸਟਾਰਟ ਕਰੀਦਾ ਤੇ 12-1 ਵਜੇ ਤੱਕ 4 ਤੋਂ 5 ਘੰਟੇ ਲਗਾਤਾਰ ਗਾਲੇ ਢੋਲ ਵਜਾ ਕੇ ਪਾ ਕੇ ਉਹਨੂੰ ਵਜਾਣਾ ਤੇ ਉਹਦੇ ਨਾਲ ਫਿਰ ਗੁਲੂਕਾਰਾਂ ਦਾ ਸਾਥ ਵੀ ਦੇਣਾ ਬੜਾ ਔਖਾ ਕੰਮ ਹੈ। ਤੇ ਮੇਰੇ ਨਾਲ ਇੱਕ ਹੋਰ ਨੌਜਵਾਨ ਨੇ, ਇਹ ਉਹ ਮੌਜੂਦ ਨੇ, ਇਹਨਾਂ ਨੂੰ ਪੁੱਛਨੇ ਆ। ਅਲੀ ਰਜ਼ਾ ਭਾਈ, ਕੀ ਹਾਲ ਹੈ ਤੁਹਾਡਾ? जी ठीक ठाक शुक्र अल्लाह। ਤੇ ਤੁਸੀਂ ਕਿੰਨੀ ਦੇਰ ਤੋਂ ਕਰ ਰਹੇ ਹੋ? जी तकरीबन 3 साल हो गए। 3 ਸਾਲ ਹੋ ਗਏ ਨੇ। ਤੇ ਤੁਸੀਂ ਵੀ ਸਾਰੇ ਕੰਮ ਕਰ ਲੈਂਦੇ ਜਿਹੜੇ ਤੁਹਾਡੇ ਚਾਚੇ ਕਰ ਰਹੇ ਨੇ? जी अलहमदुलिल्लाह इन्हों दी जुत्तियां दा सदका जी। ਚਲੋ। ਤੇ ਤੁਸੀਂ ਕੋਈ ਆਪਣਾ ਸ਼ੌਕ ਕਹਿੰਦੇ ਹੋ ਕਿ ਮੈਨੂੰ ਝੂਲੇ ਲਾਲ ਧਮਾਲ ਵਾਲਾ ਹਾਂਜੀ। ਉਹ ਬੜਾ ਪਸੰਦ ਹੈ, ਤੇ ਉਹ ਤਰ੍ਹਾਂ ਵਜਾ ਕੇ ਦਿਖਾਓ। ਜੀ ਨਾਜ਼ਰੀਨ, ਜਿਵੇਂ ਕਿ ਤੁਸੀਂ ਸੁਣਿਆ ਕਿ ਝੂਲੇ ਲਾਲ ਦੀ ਜਿਵੇਂ ਧਮਾਲ ਉਹਨਾਂ ਢੋਲ ਵਜਾਣਾ ਸ਼ੁਰੂ ਕੀਤਾ ਤੇ ਜਿਹੜੇ ਨਾਜ਼ਰੀਨ ਸਾਈਡ ਤੇ ਕੋਈ ਦੋਸਤ ਖੜੇ ਸਨ ਉਹਨਾਂ ਉੱਤੇ ਵੇਲਾਂ ਸੁੱਟਣੀਆਂ ਸ਼ੁਰੂ ਕਰਤੀਆਂ ਤੇ ਉਹ ਬਿਲਕੁਲ ਮੇਲੇ ਜਿਹਾ ਸਮਾਨ ਬਣ ਗਿਆ। ਤੇ ਸਟੋਰੀ ਚੰਗੀ ਲੱਗੇ ਤੇ ਇਹਨੂੰ ਸ਼ੇਅਰ ਕਰਿਆ ਜੇ, ਲਾਈਕ ਕਰਿਆ ਜੇ। ਨਈ ਸਟੋਰੀ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਆਪਣੇ ਮੇਜ਼ਬਾਨ ਇਬਰਾਹੀਮ ਬਾਬਰ ਬਾਟ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਉਰਦੂ ਡਿਜੀਟਲ। ਅੱਲਾ ਨਿਗਹਿਬਾਨ।